मेरी आवाज ठीक आ रही है अभी लविश? गुड आफ्टरनून सर। गुड आ आफ्टरनून। रही है सर। आवाज ठीक है बिल्कुल? हाँ जी सर। पहले नालों अच्छी है कि गुड आफ्टरनून सर। पहले नालों अच्छी है कि फर्क है? सर अच्छी है पहला नालों। ओके, ठीक है। ਅੱਜ ਆਪਾਂ ਆਰਟੀਕਲ ਪੜਾਂਗੇ ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆ, ਡਾਕਟਰ ਸੁਰਜੀਤ ਪਾਤਰ ਦਾ। ਡਾਕਟਰ ਸੁਰਜੀਤ ਪਾਤਰ ਪੰਜਾਬੀ ਦੇ ਬਹੁਤ ਹੀ ਉਮਦਾ ਸ਼ਾਇਰ ਨੇ, ਜਿਨ੍ਹਾਂ ਨੇ ਪੰਜਾਬੀ ਗਜ਼ਲ ਦੇ ਵਿੱਚ ਬਹੁਤ ਅੱਛਾ ਮੁਕਾਮ ਹਾਸਿਲ ਕੀਤਾ ਹੈ। ਜਿਨ੍ਹਾਂ ਦੀਆਂ ਬਹੁਤ ਖੂਬਸੂਰਤ ਗਜ਼ਲਾਂ ਬਲਦਾ ਬਿਰਖਾਂ ਖਤਮ ਹਾਂ ਬਸ ਸ਼ਾਮ ਤੀਖਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕਾਂ, ਇਸ ਤਰ੍ਹਾਂ ਦੀਆਂ ਗਜ਼ਲਾਂ। ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਾਹ ਬਣਦੇ, ਸਦੀਆਂ ਤੋਂ ਕਾਫਲੇ ਆਉਂਦੇ ਇਸ ਸੱਚ ਦਾ ਗਵਾਹ ਬਣਦੇ। ਇਸ ਤਰ੍ਹਾਂ ਦੀਆਂ ਖੂਬਸੂਰਤ ਰਚਨਾਵਾਂ ਦਾ ਲੇਖਕ ਹੈ ਸੁਰਜੀਤ ਪਾਤਰ। ਸੁਰਜੀਤ ਪਾਤਰ 1945 ਦੇ ਵਿੱਚ 14 ਜਨਵਰੀ ਨੂੰ ਪਿੰਡ ਪੱਤੜ ਕਲਾਂ, ਜ਼ਿਲ੍ਹਾ ਜਲੰਧਰ ਦੇ ਵਿੱਚ ਜਨਮ ਲੈਂਦਾ। ਔਰ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਹਰਭਜਨ ਸਿੰਘ ਹੈ। ਔਰ MA ਕਰਨ ਮਗਰੋਂ ਇਹਨਾਂ ਨੇ PhD ਦੀ ਡਿਗਰੀ ਹਾਸਿਲ ਕੀਤੀ। ਕਿੱਥੋਂ ਹਾਸਿਲ ਕੀਤੀ, ਕਿਸ ਤਰ੍ਹਾਂ ਹਾਸਿਲ ਕੀਤੀ, ਇਹ ਗੱਲਾਂ ਆਪਾਂ ਆਪਣੇ ਇਸ ਲੈਕਚਰ ਦੇ ਵਿੱਚ ਕਰਾਂਗੇ। ਉਸ ਤੋਂ ਬਾਅਦ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੋਜ ਤੇ ਅਧਿਆਪਨ ਦੇ ਕਾਰਜ ਦੇ ਵਿੱਚ ਜੁਟ ਜਾਂਦਾ ਹੈ ਲੇਖਕ। ਤੇ ਇਸ ਸਮੇਂ ਉਹ ਇੱਕ ਪੰਜਾਬੀ ਸਾਹਿਤ ਦੇ ਵਿੱਚ ਇੱਕ ਕਵੀ ਦੇ ਤੌਰ ਤੇ ਸਿਰਕੱਢ ਹੈ, ਗਜ਼ਲਕਾਰ ਦੇ ਤੌਰ ਤੇ ਸਿਰਕੱਢ ਲੇਖਕ ਹੈ। ਇਸ ਤੋਂ ਇਲਾਵਾ ਉਹ ਕਾਵ ਅਨੁਵਾਦ ਦੇ ਵਿੱਚ ਵੀ ਉਹਨੇ ਕੰਮ ਕੀਤਾ ਹੈ। TV ਡਾਕੂਮੈਂਟਰੀ ਦੇ ਉੱਪਰ ਵੀ ਪਟਕਥਾ ਲੇਖਕ ਦੇ ਤੌਰ ਤੇ ਕੰਮ ਕੀਤਾ ਹੈ। ਤੇ ਉਹਦੇ ਜਿਹੜੇ ਕਾਵ ਸੰਗ੍ਰਹਿ, ਪ੍ਰਸਿੱਧ ਕਾਵ ਸੰਗ੍ਰਹਿ ਜਿਹੜੇ ਹੈ ਉਹ ਨੇ ਹਨੇਰੇ 'ਚ ਸੁਲਗਦੀ ਵਰਣਮਾਲਾ, ਧੁਖ ਦਾ ਜੰਗਲ, ਸਦੀ ਦੀਆਂ ਤਰਕਾਲਾਂ, ਸੁਰ ਜ਼ਮੀਨ ਤੇ ਕੁਲਾਸ। ਇਹ ਉਸ ਦੀਆਂ ਪ੍ਰਸਿੱਧ ਰਚਨਾਵਾਂ ਨੇ। ਤੇ ਤੁਹਾਡੀ ਜਿਹੜੀ ਸਿਲੇਬਸ ਦੀ ਕਿਤਾਬ ਹੈ ਵਾਰਤਕ ਵਿਵੇਕ, ਉਹਦੇ ਵਿੱਚ ਇੱਕ ਇਹਦਾ ਆਤਮ ਕਥਾਤਮਕ ਯਾਨੀ ਆਤਮ ਕਥਾ ਭਰਪੂਰ ਲੇਖ ਸ਼ਾਮਲ ਹੈ, ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆ। ਤੇ ਇਸ ਲੇਖ ਦੇ ਵਿੱਚ ਉਸਨੇ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਕਿਵੇਂ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਉਂਦਾ ਹੈ ਤੇ ਕਿਹੜੀਆਂ-ਕਿਹੜੀਆਂ ਗੱਲਾਂ ਉੱਥੇ ਪਟਿਆਲੇ ਵਾਪਰਦੀਆਂ, ਉਹ ਸਾਰੀਆਂ ਇਸ ਆਰਟੀਕਲ ਦਾ ਹਿੱਸਾ ਨੇ। ਸੋ ਆਪਾਂ ਉਹ ਆਰਟੀਕਲ ਪੜ੍ਹਦੇ ਹਾਂ ਔਰ ਉਸ ਆਰਟੀਕਲ ਦਾ ਆਨੰਦ ਮਾਣਦੇ ਹਾਂ। ਸੁਰਜੀਤ ਪਾਤਰ ਕਪੂਰਥਲੇ ਤੋਂ BA ਕਰਦਾ ਹੈ ਤੇ ਅੰਗਰੇਜ਼ੀ MA ਕਰਨ ਲਈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਗੇੜਾ ਮਾਰਦਾ ਕਿ ਆਪਾਂ ਅੰਗਰੇਜ਼ੀ ਦੀ MA ਕਰਨੀ ਹੈ। ਪਰ ਚੰਡੀਗੜ੍ਹ ਦੀ ਜਿਹੜੀ ਫੈਸ਼ਨ ਦੀ ਤਾਬ ਹੈ ਉਹ ਤੋਂ ਝੱਲੀ ਨਹੀਂ ਜਾਂਦੀ ਤੇ ਜਿਹੜੇ ਉਹਦੇ ਕੱਪੜੇ ਪਾਏ ਹੁੰਦੇ ਆ ਉਹ ਉਹਨੂੰ ਬੜੇ ਪੁਰਾਣੇ ਜਿਹੇ ਲੱਗਣ ਲੱਗ ਜਾਂਦੇ ਆ, ਪੁਰਾਣੇ ਫੈਸ਼ਨ ਦੇ ਲੱਗਣ ਲੱਗ ਜਾਂਦੇ ਆ। ਤੇ ਉੱਥੋਂ ਦੇ ਫੈਸ਼ਨੇਬਲ ਮੁੰਡੇ ਕੁੜੀਆਂ ਨੂੰ ਦੇਖ ਕੇ ਉਹਦਾ ਸਾਹ ਜਿਹੜਾ ਸੂਤਿਆ ਜਾਂਦਾ, ਉਹ ਵਾਪਸ ਕਪੂਰਥਲੇ ਆ ਜਾਂਦਾ। ਇੱਕ ਗੱਲ ਹੋਰ ਦੱਸਦੇ ਹਾਂ ਤੁਹਾਨੂੰ ਕਿ ਜਿਹੜਾ ਪਾਤਰ ਤਖੱਲਸ ਹੈ ਸੁਰਜੀਤ ਪਾਤਰ ਦੇ ਨਾਲ, ਉਹਦਾ ਨਾਂ ਉਹਦੇ ਪਿੰਡ ਤੋਂ ਪਿਆ। ਪਹਿਲਾਂ ਉਹ ਸੁਰਜੀਤ ਪੱਤੜ ਲਿਖਦਾ ਹੁੰਦਾ ਸੀ, ਲੇਕਿਨ ਬਾਅਦ ਦੇ ਵਿੱਚ ਕਿਸੇ ਵਿਦਵਾਨ ਨੇ ਉਹਨੂੰ ਸੁਝਾਇਆ, ਸ਼ਾਇਦ ਮਹਿੰਦਰ ਸਿੰਘ ਰੰਧਾਵਾ ਨੇ, ਕਿ ਤੂੰ ਆਪਣੇ ਨਾਮ ਨਾਲ ਪਾਤਰ ਲਿਖਿਆ ਕਰ, ਪੱਤੜ ਨਹੀਂ ਸੋਹਣਾ ਲੱਗਦਾ। ਤੇ ਉਸ ਤੋਂ ਬਾਅਦ ਉਹ ਸੁਰਜੀਤ ਪਾਤਰ ਲਿਖਣਾ ਜਿਹੜਾ ਉਹਨੇ ਸ਼ੁਰੂ ਕਰਤਾ। ਤਾਂ ਫਿਰ ਜਦੋਂ ਕਪੂਰਥਲੇ ਉਹ ਵਾਪਸ ਆ ਜਾਂਦਾ ਹੈ ਤੇ ਫਿਰ ਉਹ ਸਲਾਹ ਕਰਦੇ ਆ ਕਿ ਕਿਉਂ ਨਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ MA ਪੰਜਾਬੀ ਕੀਤੀ ਜਾਏ। ਤਾਂ ਉਹ ਆਪਦੇ ਇੱਕ ਹਮ ਜਮਾਤੀ ਕਲਾਸ ਫੈਲੋ ਵੀਰ ਸਿੰਘ ਰੰਧਾਵਾ ਦੇ ਨਾਲ ਪੰਜਾਬੀ MA ਕਰਨ ਦੇ ਵਾਸਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਹੁੰਚਦੇ ਆ। ਤੇ ਜਿੱਥੇ ਦਲੀਪ ਕੌਰ ਟਿਵਾਣਾ ਵੀ ਹੈ, ਗੁਲਵੰਤ ਸਿੰਘ ਵੀ ਹੈ, ਤੇ ਵੀਰ ਸਿੰਘ ਕਹਿਣ ਲੱਗਾ ਵੀ ਤੇਰਾ ਦਿਮਾਗ ਖਰਾਬ ਹੈ, ਆਪਾਂ ਲੈਲਪੁਰ ਖਾਲਸਾ ਕਾਲਜ ਜਲੰਧਰ ਦਾਖਲ ਹੁੰਦੇ ਆ, ਸਵੇਰੇ ਘਰੋਂ ਰੋਟੀ ਖਾ ਕੇ ਜਾਇਆ ਕਰਾਂਗੇ ਤੇ ਸ਼ਾਮ ਨੂੰ ਘਰ ਦੀ ਪੱਕੀ ਆ ਕੇ ਖਾ ਲਿਆ ਕਰਾਂਗੇ।
पर सुरजीत पात्र के दिल नूं पटियाले की खिच जिहड़ी है वो पै रही सी कि पटियाले दे विच ही पढ़िया जाए, पटियाले दे विच ही सिक्ख्या हासिल की जाए। उस सिक्ख्या जिहड़ी है एवं पंजाबी जिहड़ी है पटियाले दे विच ही कीती जाए। फिर वीर सिंह कहता भी चल आप पर्चियां पा लें, टॉस कर लें, फिर देख लांगे जिवें मन बने आप कर लांगे। जब टॉस पाई गई तो जलंधर की पर्ची जिहड़ी है वो निकल आई, पर सुरजीत पात्र जिहड़ा मुकर गया। वो कहता मैं तो टॉस नूं मनदा ही नहीं, तो वो तीजे दिन बस फड़ के कल्ला ही पटियाले आके दाखिल हो गया। वीर सिंह नहीं आया ना। ते थोड़े दिनों बाद वीर सिंह जिहड़ा है वो भी पटियाले मगरे पहुंच गया ਉਹਦੇ ਨਾਲ ਹੀ ਐਮਏ ਕਰਨ ਲਈ। ਤੇ ਪਟਿਆਲਾ ਸ਼ਹਿਰ ਆ ਜਿਹੜਾ ਉਹ ਸੁਰਜੀਤ ਪਾਤਰ ਲਈ ਇੱਕ ਅਲੋਕਾਰ ਦੁਨੀਆ ਦੇ ਦਰਵਾਜ਼ੇ ਵਾਂਗ ਖੁੱਲਦਾ ਹੈ ਤੇ ਕਈ ਸਾਲ ਉਹ ਇਸ ਦੀ ਅਲੋਕਾਰਤਾ ਦੇ ਮੇਲੇ 'ਚ ਗੁਆਚਿਆ ਰਹਿੰਦਾ ਹੈ। ਤੇ ਇਸ ਬਾਰੇ ਉਹ ਇੱਕ ਲੰਮੀ ਕਵਿਤਾ ਵੀ ਲਿਖਦਾ ਹੈ ਕਿ ਸੂਰਜ ਇੱਥੇ ਮੁੰਦਰਾ ਪਾ ਕੇ ਆਉਂਦਾ ਹੈ ਤੇ ਚੰਨ ਕਾਲੇ ਚਸ਼ਮੇ ਲਾ ਕੇ। ਇੱਥੇ ਦੇ ਮਾਹੌਲ ਦਾ ਉਹ ਤੇ ਐਸਾ ਜਾਦੂ ਹੁੰਦਾ ਹੈ ਕਿ ਵੀਰ ਸਿੰਘ ਜਿਹੜਾ ਉਹ ਤੋਂ ਵਿਛੜ ਜਾਂਦਾ ਹੈ ਤੇ ਉਹ ਭੂਤਾਂ ਦੇ ਵਸ ਪੈ ਜਾਂਦਾ ਹੈ। ਤੇ ਜਿਹੜਾ ਵੀਰ ਸਿੰਘ ਹੈ ਉਹ ਆਪਣੀ ਸਿਆਣਪ ਦੇ ਬਲਬੂਤੇ ਉਹਨਾਂ ਦੇ ਭੂਤਾਂ ਦੇ ਗੀੜ ਦੇ ਵਿੱਚ ਨਹੀਂ ਆਉਂਦਾ। ਹੁਣ ਇੱਥੇ ਤੁਹਾਨੂੰ ਇੱਕ ਸ਼ਬਦ ਬੜਾ ਅਜੀਬ ਲੱਗਿਆ ਹੋਊਗਾ, ਭੂਤਾਂ ਕੌਣ ਹੈ? ਭੂਤਾਂ ਤੋਂ ਭਾਵ ਉਹਨਾਂ ਵਿਦਵਾਨਾਂ ਦੇ ਇੱਕ ਗਰੁੱਪ ਤੋਂ ਹੈ ਜਿਹੜੇ ਪੱਛਮੀ ਸਾਹਿਤ ਪੜ੍ਹਦੇ ਹੈ, ਜਿਹੜੇ ਬਹੁਤ ਇੱਕ ਸਧਾਰਨ ਜੇ ਇੱਕ ਹਾਤੇ ਜਿਹਦੇ ਵਿੱਚ ਰਹਿੰਦੇ ਹੈ, ਅਖਬਾਰਾਂ ਵਿਛਾ ਕੇ ਤੇ ਇੱਟਾਂ ਦਾ ਸਰਾਣਾ ਲਾ ਕੇ ਉਹ ਸੌਂ ਜਾਂਦੇ ਹੈ। ਕੋਈ ਉੱਥੇ ਬਹੁਤੀ ਸਫਾਈ ਸਫੂਈ ਨਹੀਂ ਕਰਦੇ, ਲੇਕਿਨ ਉੱਥੇ ਬਹੁਤ ਵੱਡੀਆਂ ਵੱਡੀਆਂ ਸਾਹਿਤਕ ਡਿਸਕਸ਼ਨਸ, ਸਾਹਿਤਕ ਵਿਚਾਰ ਚਰਚਾਵਾਂ ਉਹ ਚੱਲਦੀਆਂ ਰਹਿੰਦੀਆਂ। ਤੇ ਇਸ ਆਰਟੀਕਲ ਦੇ ਵਿੱਚ ਜਿਹੜਾ ਭੂਤਵਾੜਾ ਉਹਦਾ ਜ਼ਿਕਰ ਵੀ ਆਉਂਦਾ ਹੈ ਵੀ ਇੱਥੇ ਇੱਕ ਭੂਤਵਾੜਾ ਹੁੰਦਾ ਸੀ, ਉਹ ਹੁਣ ਉੱਜੜ ਗਿਆ ਸੀ, ਪਰ ਭੂਤ ਇੱਥੇ ਤੁਹਾਨੂੰ ਮਿਲ ਸਕਦੇ ਹੈ। ਤੇ ਉਹਨੂੰ ਸਭ ਤੋਂ ਪਹਿਲਾਂ ਜਿਹੜਾ ਭੂਤ ਮਿਲਿਆ ਉਹ ਕਿਹੜਾ ਸੀ? ਲਾਲੀ। ਲਾਲੀ ਨਾਂ ਦਾ ਇੱਕ ਵਿਦਵਾਨ, ਉਹਦਾ ਜਿਹੜਾ ਪਿਛਲੇ ਜਨਮ ਦਾ ਨਾਮ ਹਰਦਲਜੀਤ ਸਿੰਘ ਸਿੱਧੂ ਸੀ, ਵੱਡੇ ਜ਼ਗੀਰਦਾਰ ਦਾ ਪੁੱਤਰ ਸੀ, ਪਰ ਆਪਣੇ ਰਾਜ ਭਾਗ ਨੂੰ ਤਿਆਗ ਕੇ ਨਿਕਲਿਆ ਹੋਇਆ ਉਹ ਜਿਵੇਂ ਸਿਧਾਰਥ ਸੀ। ਅੰਗਰੇਜ਼ੀ ਦੀ ਐਮਏ ਕੀਤੀ ਹੋਈ ਸੀ ਤੇ ਦਿੱਲੀ ਦੱਖਣ ਘੁੰਮਿਆ ਹੋਇਆ ਬੰਦਾ ਸੀ। ਬੰਬਈ ਦੀ ਮਾਇਆ ਨਗਰੀ ਵੀ ਉਹਨੇ ਦੇਖੀ ਹੋਈ ਸੀ ਤੇ ਕਲਕੱਤਾ ਯੂਨੀਵਰਸਿਟੀ 'ਚ ਬੰਗਾਲੀ ਦਾਨਿਸ਼ਵਰਾਂ ਨਾਲ ਵੀ ਉਹ ਆਪਣੀਆਂ ਗੋਸ਼ਟਾਂ ਰਚਾਇਆ ਸੀ, ਯਾਨੀ ਵਿਚਾਰ ਚਰਚਾਵਾਂ ਕਰ ਆਇਆ ਸੀ। ਤੇ ਜਿਹੜੀ ਸੁਰਜੀਤ ਪਾਤਰ ਹੋਰਾਂ ਦੀ ਅਧਿਆਪਕਾ ਸੀ ਪ੍ਰਸਿੱਧ ਗਲਪਕਾਰਾ ਡਾਕਟਰ ਦਲੀਪ ਕੌਰ ਟਿਵਾਣਾ, ਉਹ ਮਤਲਬ ਪਾਤਰ ਨੂੰ ਬੜਾ ਪਰਿਵਾਰਕ ਐਟਮੋਸਫੀਅਰ ਦਿੰਦੀ ਸੀ, ਬੜਾ ਪਰਿਵਾਰਕ ਮੈਂਬਰ ਵਜੋਂ ਮਾਣ ਦਿੰਦੀ ਸੀ। ਤੇ ਉਹਨੇ ਇੰਨਾ ਮੋਹ ਤੇ ਆਪਣਾਤ ਨਾਲ ਭਰਤਾ ਤੇ ਨਾਲ ਹੀ ਉਹਨਾਂ ਨੇ ਲਾਲੀ ਨੂੰ ਮਿਲਾਇਆ ਕਿ ਲਾਲੀ ਇਹ ਸੁਰਜੀਤ ਹੈ ਮੇਰਾ ਵਿਦਿਆਰਥੀ, ਇਹ ਵੀ ਤੁਹਾਡੇ ਹੀ ਕਬੀਲੇ ਦਾ ਬੰਦਾ, ਤੁਹਾਡੇ ਹੀ ਕਬੀਲੇ ਤੋਂ ਭਾਵ ਪੜ੍ਹਨ ਲਿਖਣ ਵਾਲਾ ਬੰਦਾ, ਸਮਝਣ ਸਮਝਾਉਣ ਵਾਲਾ ਬੰਦਾ। ਤੇ ਇੱਕ ਸ਼ਾਮ ਸੁਰਜੀਤ ਪਾਤਰ ਨੂੰ ਲਾਲੀ ਜੀ ਕਹਿਣ ਲੱਗੇ ਵੀ ਚੱਲ ਕਵੀ ਸ਼ਹਿਰ ਚੱਲੀਏ। ਤੁਹਾਨੂੰ ਪਤਾ ਹੈ ਕਿ ਪਟਿਆਲਾ ਸ਼ਹਿਰ ਜਿਹੜਾ ਹੈ ਉਹ ਯੂਨੀਵਰਸਿਟੀ ਤੋਂ ਤਕਰੀਬਨ 5 ਕਿਲੋਮੀਟਰ ਦੂਰ ਪੈ ਜਾਂਦਾ ਬੱਸ ਸਟੈਂਡ ਤੋਂ। ਅੱਜ ਕੱਲ ਇਹ ਸਾਰਾ ਏਰੀਆ ਜਿਹੜਾ ਹੈ ਵਸੋਂ ਨਾਲ ਭਰ ਚੁੱਕਿਆ, ਈਵਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਾਂਹ ਦਾ ਏਰੀਆ ਵੀ ਜਿਹੜਾ ਉਹ ਵਸੋਂ ਨਾਲ ਭਰ ਚੁੱਕਿਆ। ਤੇ ਜਦੋਂ ਜਾਣ ਦੀ ਗੱਲ ਹੋਈ ਤਾਂ ਪਾਤਰ ਉਹਨੂੰ ਕਹਿੰਦਾ ਵੀ ਲਾਲੀ ਜੀ ਪੈਦਲ ਹੀ ਜਾਣਾ ਆਪਾਂ? ਉਹ ਕਹਿੰਦਾ ਨਹੀਂ, ਕਥਾ ਤੇ ਸਵਾਰ ਹੋ ਕੇ ਚੱਲਾਂਗੇ। ਕਥਾ ਤੇ ਸਵਾਰ ਹੋ ਕੇ ਜਾਣ ਤੋਂ ਭਾਵ ਕੀ ਸੀਗਾ ਕਿ ਪੈਦਲ ਤੁਰਾਂਗੇ ਤੇ ਤੂੰ ਕੋਈ ਕਥਾ ਛੇੜ ਲਈ, ਆਪਾਂ ਉਹ ਗੱਲਾਂ ਕਰਦੇ ਕਰਦੇ ਜਿਹੜੇ ਪਟਿਆਲੇ ਪਹੁੰਚ ਜਾਣ। ਤੇ ਦੁਨੀਆ ਦੀਆਂ ਮਹਾਨ ਕਿਤਾਬਾਂ ਪੜ੍ਹਨ 'ਚ ਦਿਨ ਰਾਤ ਰੁੱਝੇ ਹੋਏ ਭੂਤ ਨਾਵਲਾਂ, ਕਹਾਣੀਆਂ ਤੇ ਪਾਤਰਾਂ ਨੂੰ ਜਿਵੇਂ ਨਾਲ ਨਾਲ ਲਈ ਫਿਰਦੇ ਸੀ। ਭੂਤ ਵਿਸ਼ਵ ਸਾਹਿਤ ਤੋਂ ਇਹਦੀ ਕੋਈ ਗੱਲ ਹੀ ਨਹੀਂ ਸੀ ਕਰਦੇ। ਲੌਰਕਾ, ਸੋਫੋਕਲੀਜ਼,
ਇਹ ਪੱਛਮੀ ਵਿਦਵਾਨਾਂ ਦੇ ਨਾਂ ਹੈ। ਸਾਰਤਰ, ਕਾਮੂ ਉੱਥੇ ਉਹੀ ਸਨ ਜਿਵੇਂ ਕਪੂਰਥਲੇ ਬਾਵਾ ਬਲਵੰਤ ਹੋਵੇ ਤੇ ਹਰਭਜਨ ਸਿੰਘ ਹੋਵੇ, ਸ਼ਿਵ ਕੁਮਾਰ ਹੋਵੇ ਜਾਂ ਸੋਹਣ ਸਿੰਘ ਮੀਸ਼ਾ ਹੋਵੇ। ਇਵੇਂ ਬ੍ਰੈਖਟ, ਨਰੂਦਾ, ਪਾਜ਼ ਪਹਿਲਾਂ ਪਹਿਲ ਪਾਤਰ ਨੂੰ ਲਾਇਬ੍ਰੇਰੀ ਦੀਆਂ ਸ਼ੈਲਫਾਂ ਤੇ ਨਹੀਂ ਮਿਲੇ ਤੇ ਪਟਿਆਲੇ ਦੀਆਂ ਗਲੀਆਂ ਬਾਜ਼ਾਰਾਂ 'ਚ ਜਦੋਂ ਲਾਲੀ ਜੀ ਨਾਲ ਤੁਰਿਆ ਫਿਰਦਾ ਸੀਗਾ ਉਦੋਂ ਇਹ ਚੀਜ਼ਾਂ ਉਹਨੂੰ ਪ੍ਰਾਪਤ ਹੋਈਆਂ। ਤੇ ਲਾਲੀ ਜੀ ਰਾਤ ਦਿਨ ਨਾਵਲਕਾਰਾਂ ਦੇ ਕਿਰਦਾਰਾਂ ਤੇ ਕਵੀਆਂ ਦੇ ਬਿੰਬਾਂ ਵਿਚਕਾਰ ਰਹਿੰਦੇ। ਉਹਨਾਂ ਦਾ ਹਰ ਵਾਕ ਜਿਹੜਾ ਕਵਿਤਾ ਹੁੰਦਾ, ਸਿਆਣਪ ਜਾਂ ਵਿਨੋਦ ਨਾਲ ਜਗਦਾ ਹੁੰਦਾ। ਉਹਨਾਂ ਦੇ ਨਾਲ ਤੁਰਨ ਦਾ ਮਤਲਬ ਸੀ ਕਲਪਨਾ ਦੀਆਂ ਗਲੀਆਂ ਵਿੱਚੋਂ ਲੰਘਣਾ, ਜਿਵੇਂ ਸੁਪਨਾ, ਅਸਲੀਅਤ, ਦੇਸ਼ ਵਿਦੇਸ਼ ਸਾਰੇ ਇਕੱਠੇ ਹੀ ਰਹਿੰਦੇ ਹੋਣ। ਉਹ ਕਦੇ ਵੀ ਕਿਤੇ ਵੀ ਧੂਣੀ ਬਾਲ ਲੈਂਦਾ ਸੀ, ਕਿਤੇ ਵੀ ਸਿਵਾ ਜਗਾ ਲੈਂਦਾ ਸੀ ਤੇ ਕਿਰਦਾਰਾਂ ਤੇ ਕਥਾਵਾਂ ਨੂੰ ਪ੍ਰਗਟ ਕਰ ਲੈਂਦਾ ਸੀ। ਉਹ ਆਪਣੀਆਂ ਗੱਲਾਂ ਨਾਲ ਦੁਪਹਿਰਾਂ ਨੂੰ ਸ਼ਾਮਾਂ 'ਚ ਬਦਲ ਦਿੰਦਾ ਸੀ ਤੇ ਸ਼ਾਮਾਂ ਨੂੰ ਡੂੰਘੀਆਂ ਰਾਤਾਂ 'ਚ ਤੇ ਡੂੰਘੀਆਂ ਰਾਤਾਂ ਨੂੰ ਸਵੇਰਾਂ 'ਚ। ਯਾਨੀ ਜਦੋਂ ਗੱਲ ਸ਼ੁਰੂ ਹੋ ਜਾਂਦੀ ਸੀ ਵਿਦਵਤਾ ਦਾ, ਜਦੋਂ ਕੋਈ ਟੌਪਿਕ ਸ਼ੁਰੂ ਹੋ ਜਾਂਦਾ ਸੀ ਤਾਂ ਫਿਰ ਉਹ ਦੁਪਹਿਰ ਤੋਂ ਸ਼ਾਮ ਹੋ ਜਾਂਦੀ, ਸ਼ਾਮ ਤੋਂ ਰਾਤ ਹੋ ਜਾਂਦੀ, ਰਾਤ ਤੋਂ ਫਿਰ ਅੱਧੀ ਰਾਤ ਤੋਂ ਫਿਰ ਅਗਲੀ ਸਵੇਰ। ਲੰਬਾ ਸਮਾਂ ਉਹਦੀ ਡਿਸਕਸ਼ਨ ਜਿਹੜੀ ਆ ਉਹ ਚੱਲਦੀ ਰਹਿੰਦੀ ਸੀ। ਤੇ ਇੱਕ ਵਾਰ ਸੁਰਜੀਤ ਪਾਤਰ ਦੇ ਕੋਲੇ ਮੋਹਨਜੀਤ ਆਇਆ। ਮੈਂ ਇਹਨਾਂ ਪਾਤਰਾਂ ਬਾਰੇ ਵੀ ਕੁਝ ਨਾ ਕੁਝ ਤੁਹਾਨੂੰ ਦੱਸਦਾ ਜਾਵਾਂਗਾ। ਮੋਹਨਜੀਤ ਵੀ ਇੱਕ ਸ਼ਾਇਰ ਹੈ, ਸਾਹਿਤਕਾਰ ਹੈ। ਤੇ ਉਹ ਹੋਸਟਲ ਦੇ ਕਮਰੇ 'ਚ ਰਾਤ ਨੂੰ 11 ਵਜੇ ਬੱਤੀ ਬੁਝਾ ਕੇ ਰਜਾਈਆਂ 'ਚ ਵੜੇ ਸੀ ਕਿ ਦਰਵਾਜ਼ੇ ਤੇ ਦਸਤਕ ਹੋਈ ਤੇ ਆਵਾਜ਼ ਆਈ, ਕਿਉਂ ਬਈ ਕਬਰਾਂ 'ਚ ਪੈਣ ਲੱਗੇ ਹੋ? ਕੌਣ ਆ ਗਿਆ ਸੀ? ਲਾਲੀ। ਕਿਉਂ ਵੀ ਕਬਰਾਂ 'ਚ ਪੈਣ ਲੱਗੇ ਹੋ? ਓਏ ਕਬਰਾਂ ਤਾਂ 20 ਵਰੇ ਡੂੰਘੀਆਂ ਹੋ ਗਈਆਂ, ਕਬਰਾਂ ਤੇ ਕੋਈ ਦੀਵੇ ਜਗਾ ਦਿਓ। ਪਾਤਰ ਨੇ ਲਾਈਟ ਆਨ ਕੀਤੀ, ਦਰਵਾਜ਼ਾ ਖੋਲਿਆ ਤੇ ਲਾਲੀ ਸਾਹਿਬ ਅੱਗੇ ਖੜੇ ਸੀ। ਸਟੋਵ ਬਾਲ ਕਵੀ, ਤੱਤਾ ਪਾਣੀ ਧਰ, ਅਲਖ ਜਗਾਈਏ, ਬੜੀ ਉਦਾਸ ਹੈ ਰਾਤ। ਤੱਤਾ ਪਾਣੀ ਕਰਨ ਤੋਂ ਭਾਵ ਕਿ ਚਾਹ ਬਣਾਓ, ਸਟੋਵ ਜਗਾਓ। ਪੁਰਾਣੇ ਸਮੇਂ ਦੇ ਵਿੱਚ ਕਮਰਿਆਂ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਰੱਖਦੇ ਸੀ ਵਿਦਿਆਰਥੀ। बड़े मजार पे कुछ है दिए ये टूटे हुए, इन्हीं से काम चलाओ, बड़ी उदास है रात। ये उन्हें शेर पढ़िया ਤੇ ਲੇਖਕ ਦੱਸਦਾ ਕਿ ਇਹ 1967 ਦੀ ਗੱਲ ਹੈ ਸ਼ਾਇਦ। ਉਦੋਂ 20 ਸਾਲ ਹੋਏ ਸੀ ਪੰਜਾਬ ਦੇ ਬਟਵਾਰੇ ਨੂੰ ਤੇ 20 ਵਰੇ ਡੂੰਘੀਆਂ ਕਬਰਾਂ ਦਾ ਇਸ਼ਾਰਾ ਇਹੀ ਸੀ। ਤੇ ਫਰਾਕ ਗੋਰਖਪੁਰੀ ਦੀ ਉਦਾਸ ਰਾਤ ਤੋਂ ਸ਼ੁਰੂ ਹੋਈ ਲਾਲੀ ਜੀ ਦੀ ਗੱਲ ਸੁਖਬੀਰ ਦੀ ਰਾਤ ਦੇ ਚਿਹਰੇ ਤੱਕ ਪਹੁੰਚ ਗਈ। ਉੱਥੋਂ ਗੁਲਜ਼ਾਰ ਦੀ ਚੌਰਸ ਰਾਤ ਤੱਕ। ਗੁਲਜ਼ਾਰ ਤੋਂ ਗੱਲ ਬੰਬਈ ਫਿਲਮ ਉਦਯੋਗ ਵੱਲ ਮੁੜਨ ਲੱਗੀ, ਪਰ ਰਾਹ 'ਚ ਲਾਹੌਰ ਆ ਗਿਆ। ਲਾਹੌਰ ਦੀਆਂ ਪੰਜਾਬੀ ਫਿਲਮਾਂ ਆ ਗਈਆਂ। ਇੱਕ ਵਾਰ ਫਿਰ 20 ਵਰੇ ਡੂੰਘੀਆਂ ਕਬਰਾਂ ਕੋਲੋਂ ਲੰਘ ਕੇ ਫਿਰ ਮੁੰਬਈ ਆਈ। ਫਿਰ ਗੁਲਜ਼ਾਰ ਤੇ ਗੱਲ ਜਰਾ ਕੁ ਰੁਕ ਕੇ ਮੀਨਾ ਕੁਮਾਰੀ ਵੱਲ ਮੁੜ ਗਈ। ਮੀਨਾ ਕੁਮਾਰੀ ਤੋਂ ਮਧੂਬਾਲਾ, ਮਧੂਬਾਲਾ ਤੋਂ ਮੈਰਿਲਿਨ ਮਨਰੋ ਤੱਕ, ਮਨਰੋ ਤੋਂ ਅਮਰੀਕਾ ਦੀਆਂ ਫਿਲਮਾਂ ਤੱਕ, ਫਿਲਮਾਂ ਤੋਂ ਚਾਰਲੀ ਚੈਪਲਨ ਤੱਕ, ਚਾਰਲੀ ਚੈਪਲਨ ਤੋਂ ਉਹਨਾਂ ਦੀ ਫਿਲਮ ਗ੍ਰੇਟ ਡਿਕਟੇਟਰ ਤੱਕ, ਗਲੋਬ ਨੂੰ ਫੁੱਟਬਾਲ ਬਣਾ ਕੇ ਖੇਡ ਰਹੇ ਹਿਟਲਰ ਤੱਕ। ਉਹੀ ਫੁੱਟਬਾਲ ਉੱਡਿਆ ਸਾਡੇ ਹੋਸਟਲ ਦੇ ਉੱਪਰੋਂ ਦੀ ਪੂਰਬ ਵਿੱਚ ਸੂਰਜ ਬਣ ਕੇ ਚੜ ਗਿਆ। ਉਹ ਸਾਡੀ ਸਵੇਰ ਹੋਈ। ਲਾਲੀ ਜੀ ਸਾਨੂੰ ਕਥਾ ਤੇ ਉਡਣ ਖਟੋਲੇ ਤੇ ਸਵਾਰ ਕਰਾ ਕੇ ਇੱਕ ਰਾਤ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਜਹਾਨ ਦਿਖਾਈ। ਹੁਣ ਤੁਸੀਂ ਦੇਖੋ, ਫਰਾਕ ਗੋਰਖਪੁਰੀ ਇੱਕ ਸਾਹਿਤਕਾਰ ਹੈ, ਉਹਦੀ ਗੱਲ ਤੋਂ ਉਹਨੇ ਗੱਲ ਸ਼ੁਰੂ ਕੀਤੀ, ਠੀਕ ਹੈ। ਤੇ ਫਿਰ ਗੱਲ ਜਿਹੜੀ ਹੈ ਸੁਖਬੀਰ ਦੀ ਰਾਤ ਦੇ ਚਿਹਰੇ ਤੱਕ ਪਹੁੰਚ ਗਈ। ਸੁਖਬੀਰ ਬੰਬਈ ਦੇ ਵਿੱਚ ਰਹਿਣ ਵਾਲਾ ਇੱਕ ਗਲਪਕਾਰ ਸੀ, ਬਹੁਤ ਅੱਛਾ ਕਹਾਣੀਕਾਰ ਸੀ। ਅੱਜ ਕੱਲ੍ਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਤੇ ਫਿਰ ਜ਼ਿਕਰ ਆਇਆ ਗੁਲਜ਼ਾਰ ਦਾ। ਗੁਲਜ਼ਾਰ ਪੰਜਾਬੀ ਅਜਿਹਾ ਪੰਜਾਬੀ ਹੈ ਜਿਨੇ ਬੰਬਈ ਫਿਲਮ ਨਗਰੀ ਦੇ ਵਿੱਚ ਬਹੁਤ ਖੂਬਸੂਰਤ ਪਲੇਬੈਕ ਗੀਤ ਜਿਹੜੇ ਆ ਉਹ ਦਿੱਤੇ ਹੈ। ਚੱਪਾ ਚੱਪਾ ਚਰਖਾ ਚਲੇ, ਇਸ ਤਰ੍ਹਾਂ ਦੇ ਗਾਣੇ, ਹੋਰ ਵੀ ਬਹੁਤ ਸਾਰੇ। ਬਹੁਤ ਉਮਦਾ ਸ਼ਾਇਰ ਹੈ ਗੁਲਜ਼ਾਰ। ਤੇ ਗੁਲਜ਼ਾਰ ਤੋਂ ਬਾਅਦ ਫਿਰ ਉਹ ਗੱਲ ਲਾਹੌਰ ਆ ਗਿਆ, ਲਾਹੌਰ ਦੀਆਂ ਪੰਜਾਬੀ ਫਿਲਮਾਂ ਦੀ ਗੱਲ ਕਰਨ ਲੱਗ ਗਿਆ। ਤੇ ਫਿਰ ਗੱਲ ਗੁਲਜ਼ਾਰ ਤੇ ਲਿਆ ਕੇ ਫਿਰ ਮੀਨਾ ਕੁਮਾਰੀ ਵੱਲ ਗੱਲ ਆ ਗਈ। ਮੀਨਾ ਕੁਮਾਰੀ ਪੁਰਾਣੀ ਬਹੁਤ ਪ੍ਰਸਿੱਧ ਐਕਟਰੈਸ ਹੋਇਆ ਕਰਦੀ ਸੀ। ਤੇ ਮੀਨਾ ਕੁਮਾਰੀ ਤੋਂ ਮਧੂਬਾਲਾ, ਮਧੂਬਾਲਾ ਵੀ ਬਹੁਤ ਖੂਬਸੂਰਤ ਐਕਟਰੈਸ ਹੋਇਆ ਕਰਦੀ ਸੀ। ਜੇ ਤੁਸੀਂ ਉਹਨੂੰ ਦੇਖਣਾ ਹੋਵੇ ਤਾਂ ਤੁਸੀਂ YouTube ਤੇ ਜਾਂ ਗੂਗਲ ਸਰਚ ਦੇ ਵਿੱਚ ਜਾ ਕੇ ਉਹਦੀਆਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ। ਤੇ ਮਧੂਬਾਲਾ ਤੋਂ ਮੈਰਿਲਿਨ ਮਨਰੋ ਤੱਕ। ਮੈਰਿਲਿਨ ਮਨਰੋ ਜਿਹੜੀ ਆ ਪੱਛਮੀ ਕਲਾਕਾਰ ਸੀ,
ਤੇ ਮਨੋਰ ਤੋਂ ਅਮਰੀਕਾ ਦੀਆਂ ਫਿਲਮਾਂ ਤੱਕ, ਫਿਲਮਾਂ ਤੋਂ ਚਾਰਲੀ ਚੈਪਲਨ ਪੱਛਮੀ ਫਿਲਮਾਂ ਦਾ ਜਿਹੜਾ ਉਹ ਕੀ ਕਹਿ ਸਕਦੇ ਹਾਂ ਕਾਮੇਡੀਅਨ ਸੀਗਾ। ਤੇ ਫਿਰ ਉਸਦੀ ਫਿਲਮ ਗ੍ਰੇਟ ਡਿਕਟੇਟਰ ਤੱਕ, ਗਲੋਬ ਨੂੰ ਫੁੱਟਬਾਲ ਬਣਾ ਕੇ ਖੇਡ ਲਏ ਹਿਟਲਰ ਤੱਕ, ਹਿਟਲਰ ਦੀਆਂ ਗੱਲਾਂ ਵੀ ਉਹਨੇ ਕੀਤੀਆਂ। ਡਿਕਟੇਟਰ ਸੀ ਜਿਹੜਾ, ਉਹ ਵੀ ਫੁੱਟਬਾਲ ਉੱਡਿਆ ਸਾਡੇ ਹੋਸਟਲ ਦੇ ਉੱਪਰੋਂ, ਪੂਰਬ ਵਿੱਚ ਸੂਰਜ ਬਣ ਕੇ ਚੜ ਗਿਆ। ਮਤਲਬ ਕਿ ਉਹ ਸਾਰੀਆਂ ਗੱਲਾਂ ਦਾ ਜਿਹੜਾ ਨਿਚੋੜ ਸੀਗਾ ਉਹ ਉਦੋਂ ਖਤਮ ਹੋਇਆ ਜਦੋਂ ਸੂਰਜ ਚੜ ਗਿਆ। ਸਾਰੀ ਰਾਤ ਅਸੀਂ ਗੱਲਾਂ ਕਰਦੇ ਰਹੇ। ਤੇ ਫਿਰ ਉਹ ਦੱਸਦੇ ਕਿ ਇੱਕ ਸ਼ਾਮ ਉਹ ਨਿਤਸ਼ੇ ਦੀ ਮਸ਼ਹੂਰ ਪੁਸਤਕ ਦ ਸਪੀਕ ਜ਼ਰਦੁਸ਼ਤ ਦਾ ਉਰਦੂ ਅਨੁਵਾਦ ਲੈ ਆਇਆ। ਜ਼ਰਦੁਸ਼ਤ ਨੇ ਕਹਾ ਥਾ, ਤਿੰਨ ਰਾਤਾਂ ਵਿੱਚ ਉਸਦਾ ਸਾਰਾ ਪਾਠ ਉਹਨੇ ਉਹਨਾਂ ਨੂੰ ਪੜ੍ਹ ਕੇ ਸੁਣਾਇਆ। ਤੇ ਲਾਲੀ ਦੀ ਜਿਹੜੀ ਸਿਰਜਣਾ ਸ਼ਕਤੀ, ਚੇਤਾ, ਹਾਜ਼ਰ ਜਵਾਬੀ ਬੜੀ ਕਮਾਲ ਦੀ ਸੀ। ਉਹ ਆਪਣੀਆਂ ਗੱਲਾਂ ਨਾਲ ਤ੍ਰੈਕਾਲ ਦਰਸ਼ਨ ਕਰਾ ਦਿੰਦਾ। ਇਤਿਹਾਸ, ਮਿਥਹਾਸ, ਮਹਾਨਗਰੀਆਂ, ਮਹਾਕਾਵ, ਬ੍ਰਹਿਮੰਡ, ਇੱਕ ਛਿਣ ਦਾ ਵਿਰਾਟ ਰੂਪ। ਮਤਲਬ ਕਿ ਜਿਹੜਾ ਮਤਲਬ ਲਾਲੀ ਸੀਗਾ, ਹਰਦਿਲਜੀਤ ਸਿੰਘ ਲਾਲੀ, ਉਹਨਾਂ ਇੱਕ ਇੰਟੈਲੀਜੈਂਟ ਬੰਦਾ ਸੀ, ਉਹਨੂੰ ਨੌਲੇਜ ਬਹੁਤ ਜ਼ਿਆਦਾ ਸੀ। ਤੇ ਫਿਰ ਜਿੱਥੇ ਵੀ ਬੈਠ ਜਾਂਦਾ ਸੀ ਤੇ ਫਿਰ ਆਪਣੇ ਗਿਆਨ ਦਾ ਪਟਾਰਾ ਜਿਹੜਾ ਉਹ ਖੋਲ ਦਿੰਦਾ ਸੀ। ਲਾਲੀ ਦੀ ਸਿਰਜਣਾ ਸ਼ਕਤੀ, ਚੇਤਾ, ਹਾਜ਼ਰ ਜਵਾਬੀ ਬੜੀ ਕਮਾਲ ਦੀ ਸੀ। ਯਾਨੀ ਉਹ ਸਾਰੀਆਂ ਗੱਲਾਂ ਜ਼ਬਾਨੀ ਯਾਦ ਰੱਖਦਾ ਸੀ। ਤੇ ਇਹਨਾਂ ਨੇ ਲਾਲੀ ਜੀ ਨੂੰ ਇੱਕ ਵਾਰੀ ਪੁੱਛਿਆ ਕਿ ਤੁਸੀਂ ਕੋਈ ਲਿਖਦੇ ਕਿਉਂ ਨਹੀਂ? ਉਹ ਕਹਿੰਦਾ ਮੈਂ ਕਿਵੇਂ ਲਿਖਾਂ, ਮੇਰੇ ਇੱਕ ਪਾਸੇ ਬੁੱਲੇ ਸ਼ਾਹ ਖੜਾ, ਕਹਿੰਦਾ ਦਿਖਾ ਖਾਂ ਕੀ ਲਿਖਿਆ, ਦੂਜੇ ਪਾਸੇ ਬਾਬੇ ਖੜੇ, ਬਾਬੇ ਤੋਂ ਭਾਵ ਗੁਰਬਾਣੀ। ਉਹ ਕਹਿੰਦਾ ਮੈਂ ਆਪਣੇ ਆਪ ਨੂੰ ਇੰਨਾ ਕਾਬਲ ਸਮਝਦਾ ਹੀ ਨਹੀਂ ਕਿ ਮੈਂ ਕੋਈ ਰਚਨਾ ਲਿਖ ਸਕਾਂ। ਇਹ ਉਹਦਾ ਵਡੱਪਣ ਦੇਖੋ, ਇਹਨਾਂ ਕੁਝ ਜਾਣਦੇ ਹੋਏ ਵੀ। ਤੇ ਔਰ ਪਾਤਰ ਲਿਖਦਾ ਕਿ ਇੱਕ ਵਾਰ ਇੱਕ ਦੱਸੀ ਗੱਲ ਜਿਹੜੀ ਸੁਪਨੇ ਵਾਂਗੂ ਯਾਦ ਹੈ, ਪਤਾ ਨਹੀਂ ਵੀ ਉਹ ਸੱਚ ਹੈ ਕਿ ਕੋਈ ਦੰਤ ਕਥਾ ਹੈ। ਕਹਿੰਦੇ ਆ ਵੀ ਲਾਲੀ ਜੀ ਦਾ ਇੱਕ ਮਾਮਾ ਬਹੁਤ ਪੜ੍ਹਿਆ ਲਿਖਿਆ ਸੀ। ਉਸਦੇ ਇੱਕ ਹੱਥ ਵਿੱਚ ਜਾਮ ਹੁੰਦਾ ਸੀ ਤੇ ਦੂਜੇ ਹੱਥ 'ਚ ਕਿਤਾਬ। ਤੇ ਜਦੋਂ ਲਾਲੀ ਜੀ BA ਵਿੱਚ ਪੜ੍ਹਦੇ ਸੀ ਤਾਂ ਇੱਕ ਕਹਾਣੀ ਲਿਖ ਕੇ ਉਹਨੂੰ ਦਿਖਾਉਣ ਗਏ। ਉਹ ਪੜ੍ਹ ਕੇ ਕਹਿਣ ਲੱਗਾ, ਜਦੋਂ ਕੁਝ ਦੋਸਤੋਵਸਕੀ ਵਰਗਾ ਲਿਖ ਸਕੇ ਤਾਂ ਫਿਰ ਮੇਰੇ ਕੋਲ ਲੈ ਕੇ ਆਏ। ਦੋਸਤੋਵਸਕੀ ਕੌਣ ਹੈ? ਇੱਕ ਰਸ਼ੀਅਨ ਸਾਹਿਤਕਾਰ, ਰਸ਼ੀਅਨ ਰਾਈਟਰ। ਤੇ ਇੱਕ ਵਾਰੀ ਜਿਹੜਾ ਲਾਲੀ ਜਿਹੜਾ ਉਹਨਾਂ ਨੂੰ ਪ੍ਰੋਫੈਸਰ ਰਾਜਦਾਂ ਦੇ ਡੇਰੇ ਤੇ ਲੈ ਜਾਂਦਾ ਹੈ। ਪ੍ਰੋਫੈਸਰ ਰਾਜਦਾਂ ਇੱਕ ਹੋਰ ਵਿਦਵਾਨ ਦਾ ਨਾਂ ਹੈ। ਨਵੀਆਂ ਨਵੇਲੀਆਂ ਕਿਤਾਬਾਂ ਨਾਲ ਉਹਦਾ ਭਰਿਆ ਹੋਇਆ ਘਰ, ਮੋਹ ਭਰੀਆਂ ਨਿਰਮਲ ਹਸਤੀਆਂ ਅੱਖਾਂ ਵਾਲਾ, ਚੰਚਲ ਤੇ ਪਵਿੱਤਰ ਜਿਹੇ ਹਾਸੇ ਵਾਲਾ ਰਾਜਦਾਂ, ਕੱਚ ਦੇ ਗਲਾਸਾਂ 'ਚ ਸੋਨੇ ਰੰਗਾ ਪਾਣੀ, ਪਾਣੀ ਦੀ ਘੁੰਮਣ ਘੇਰੀ ਵਾਂਗ ਘੁੰਮ ਰਿਹਾ LP ਯਹੂਦੀ ਧੁਨਾ, ਜੂਲਿਸ਼ ਮੈਲੋਡੀਜ਼। ਮਤਲਬ ਕਿ ਸ਼ਾਮ ਦੇ ਟਾਈਮ ਗਏ ਹੋਣੇ ਆ ਤੇ ਕੁਦਰਤੀ ਗੱਲ ਹੈ ਜਾਮ ਉਹਦੇ ਹੱਥ ਦੇ ਵਿੱਚ ਸੀ। ਤੇ ਸੁਰਜੀਤ ਪਾਤਰ ਕਹਿੰਦਾ ਵੀ ਮੈਂ ਉਹਨਾਂ ਧੁਨਾਂ ਨੂੰ ਅੱਖਾਂ ਮੀਟ ਕੇ ਸੁਣਨ ਲੱਗਾ ਤਾਂ ਉਹ ਅਜੀਬ ਦ੍ਰਿਸ਼ਾਂ ਵਿੱਚ ਅਨੁਵਾਦ ਹੋਣ ਲੱਗ ਪਈ ਹੈ। ਤੇ ਪਾਤਰ ਦਾ ਜਿਹੜਾ ਯਾਦਾਂ ਦਾ ਪਟਿਆਲਾ ਹੈ, ਇੱਕ ਸੁਰ ਰੀਅਲ ਜਿਹਾ ਸ਼ਹਿਰ ਬਣ ਕੇ ਰਹਿ ਗਿਆ। ਉੱਥੇ ਸੂਰਜ ਮੁੰਦਰਾਂ ਪਹਿਨ ਕੇ ਆਉਂਦਾ ਹੈ, ਚੰਦ ਕਾਲੇ ਚਸ਼ਮੇ ਲਾ ਕੇ, ਦਰਖਤਾਂ ਦੀਆਂ ਸ਼ਾਖਾਂ ਰਾਗ ਵਾਂਗ ਉਤਾਂ ਉੱਠਦੀਆਂ ਹਨ, ਵਲੈਤੀ ਅੱਕ ਦੇ ਫੁੱਲ ਛੋਟੇ ਛੋਟੇ ਜਾਮਣੀ ਸਪੀਕਰ ਹੁੰਦੇ ਹਨ। ਜਿਸ ਪਾਣੀ ਦੇ ਕੰਢੇ ਉਹ ਉੱਗੇ ਹੁੰਦੇ, ਉਸ ਪਾਣੀ ਵਿੱਚ ਕੋਈ ਕੱਖ ਪੱਤਾ ਡਿੱਗਣ ਨਾਲ ਜੋ ਛੋਟੇ ਛੋਟੇ ਭੰਵਰ ਪੈਦਾ ਹੁੰਦੇ, ਉਹ LP ਰਿਕਾਰਡ ਜਿਹੇ ਲੱਗਦੇ। ਅੱਗੇ ਲਿਖਦਾ ਕਿ ਇੱਥੇ ਹੀ ਪਾਤਰ ਨੂੰ ਕੁਲਵੰਤ ਗਰੇਵਾਲ ਮਿਲਿਆ। ਕੁਲਵੰਤ ਗਰੇਵਾਲ ਦੀ ਕੁਝ ਸਮਾਂ ਪਹਿਲਾਂ ਹੀ ਜਿਹੜੀ ਹੈ ਉਹ ਡੈਥ ਹੋ ਚੁੱਕੀ ਹੈ ਕਰੋਨਾ ਕਾਲ ਦੇ ਵਿੱਚ। ਤੇ ਉਹਦੀਆਂ ਇਹ ਸਤਰਾਂ ਉਸਦੀ ਰੂਹ ਨੂੰ ਸਕੂਨ ਦਿੰਦੀਆਂ। ਇੱਕ ਪਲ ਜਾਗੇ ਵੇਦਨਾ, ਸਾਡੇ ਲੱਖ ਪਲ ਹੋਣ ਹਰੇ। ਇਸ ਤੋਂ ਇਲਾਵਾ ਉਸੇ ਪਟਿਆਲੇ ਸ਼ਹਿਰ ਦੇ ਵਿੱਚ ਹੀ ਡਾਕਟਰ ਗੁਰਭਗਤ ਮਿਲਿਆ। ਡਾਕਟਰ ਗੁਰਭਗਤ ਸਿੰਘ ਕੋਟਕਪੁਰੇ ਸ਼ਹਿਰ ਦੇ ਜੰਪਲ ਹੈ। ਡਾਕਟਰ ਗੁਰਭਗਤ ਸਿੰਘ, ਡਾਕਟਰ ਸਤਿੰਦਰ ਸਿੰਘ ਨੂਰ ਪੂਰੇ ਵਸਦੇ ਸੀ, ਬਾਅਦ ਦੇ ਵਿੱਚ ਉਹ ਅੰਬਾਲੇ ਚਲੇ ਗਏ ਸੀ। ਤੇ ਡਾਕਟਰ ਸਤਿੰਦਰ ਸਿੰਘ ਨੂਰ ਹੈ ਜਿਹੜਾ ਉਹ ਬਹੁਤ ਪ੍ਰਸਿੱਧ ਆਲੋਚਕ ਹੋਇਆ। ਉਸਨੇ ਦਿੱਲੀ ਯੂਨੀਵਰਸਿਟੀ ਦਿੱਲੀ ਦੇ ਵਿੱਚ ਪੰਜਾਬੀ ਵਿਭਾਗ ਦੀ ਜਿਹੜੀ ਹੈ ਉਹ ਚੇਅਰਮੈਨਸ਼ਿਪ ਵੀ ਕੀਤੀ।
ਤੇ ਨਵੇਂ ਪੋਸਟ ਦੇ ਜਿਹੜੇ ਰਾਈਟਰ ਸੀਗੇ ਉਹਨਾਂ ਨੂੰ ਉਹਨੇ ਬਹੁਤ ਚੱਕਣ ਦੀ ਕੋਸ਼ਿਸ਼ ਕੀਤੀ, ਬਹੁਤ ਉਹਨਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ। ਤੇ ਗੁਰਭਗਤ ਸਿੰਘ ਦੀ ਪ੍ਰਾਪਤੀ ਇਹ ਸੀ ਕਿ ਅੰਗਰੇਜ਼ੀ ਦਾ ਪ੍ਰੋਫੈਸਰ ਸੀ ਤੇ ਇਹਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਅਨੁਵਾਦ ਕਰਨ ਦਾ ਕੰਮ ਜਿਹੜਾ ਹੈ ਉਹ ਕਰਨ ਦਾ ਉਪਰਾਲਾ ਕੀਤਾ। ਉਹ ਕਹਿੰਦਾ ਵੀ ਗੁਰਭਗਤ ਮਿਲਿਆ ਜਿਸ ਨੇ ਸਿਖਾਇਆ ਕਿਵੇਂ ਆਪਣੀ ਸਿਰਜਣਾ ਨੂੰ ਉਮਰ ਸਮਰਪਿਤ ਕਰੀਦੀ ਹੈ। ਵਾਕਿਆ ਹੀ ਉਹ ਬੰਦੇ ਨੂੰ ਜਦੋਂ ਮੈਂ ਵੀ ਜਦੋਂ ਪੰਜਾਬੀ ਯੂਨੀਵਰਸਿਟੀ ਪੜ੍ਹਦਾ ਸੀ ਤਾਂ ਡਾਕਟਰ ਗੁਰਭਗਤ ਦੇ ਦੋ ਹੀ ਸਥਾਨ ਹੁੰਦੇ ਸੀ, ਜਾਂ ਤਾਂ ਉਹ ਡਿਪਾਰਟਮੈਂਟ 'ਚ ਕਲਾਸ ਪੜ੍ਹਾਉਣ ਜਾਂਦਾ ਸੀ ਤੇ ਉਸ ਤੋਂ ਇਲਾਵਾ ਦੋ ਸਥਾਨਾਂ ਤੇ ਹੀ ਉਹ ਮਿਲਦਾ ਸੀ। ਇੱਕ ਤਾਂ ਉਹ ਲਾਇਬ੍ਰੇਰੀ 'ਚ ਮਿਲਦਾ ਸੀ, ਜਾਂ ਲਾਇਬ੍ਰੇਰੀ ਤੋਂ ਇਲਾਵਾ ਉਹ ਕੈਂਟੀਨ ਤੇ ਚਾਹ ਪੀਣ ਵਾਸਤੇ ਜਾਂਦਾ ਸੀ। ਇਹ ਦੋ ਹੀ ਥਾਂ ਹੁੰਦੇ ਸੀ ਡਿਪਾਰਟਮੈਂਟ ਤੋਂ ਇਲਾਵਾ ਜਿੱਥੇ ਉਹ ਅਕਸਰ ਮਿਲਦਾ ਸੀ। ਬਹੁਤਾ ਸਮਾਂ ਉਹ ਲਾਇਬ੍ਰੇਰੀ ਦੇ ਵਿੱਚ ਹੀ ਹੁੰਦਾ ਸੀ। ਡਾਕਟਰ ਹਰਜੀਤ ਸਿੰਘ ਗਿੱਲ ਮਿਲਿਆ। ਡਾਕਟਰ ਹਰਜੀਤ ਸਿੰਘ ਗਿੱਲ ਲਿੰਗੁਇਸਟਿਕਸ ਦਾ ਬਹੁਤ ਵੱਡਾ ਪ੍ਰੋਫੈਸਰ ਸੀ। ਬਾਹਰਲੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਉਹ ਪੜ੍ਹਿਆ, ਜੋ ਨਵਾਂ ਫਰਾਂਸ ਤੋਂ ਆਇਆ ਸੀ ਤੇ ਜਿਸ ਨੇ ਉਹਨਾਂ ਨੂੰ ਨਵੀਂ ਚੇਤਨਾ ਨਾਲ ਭਰ ਦਿੱਤਾ। ਫਿਰ ਇੱਕ ਸੁਰਜੀਤ ਲੀ ਨਾਂ ਦਾ ਬੰਦਾ, ਉਹ ਵੀ ਬੜਾ ਅੱਛਾ ਵਿਦਵਾਨ ਯੂਨੀਵਰਸਿਟੀ 'ਚ ਹੋਇਆ ਕਰਦਾ ਸੀ, ਜਿਸ ਦੀ ਖੁੱਲੀ ਦਾੜੀ ਤੇ ਖੁੱਲੇ ਵਾਲ ਰਹੱਸਮਈ ਤੇ ਕਾਵਕ ਲੱਗਦੇ ਸੀ। ਪ੍ਰੇਮ ਪਾਲੀ ਮਿਲਿਆ। ਪ੍ਰੇਮ ਪਾਲੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਫਿਲਾਸਫੀ ਦਾ ਪ੍ਰੋਫੈਸਰ ਹੋਇਆ ਕਰਦਾ ਸੀ, ਜੋ ਕਦੀ ਫਰੀਦਕੋਟ ਤੋਂ ਆਉਂਦਾ ਤੇ ਆਪਣੀ ਤਨਖਾਹ ਸਾਡੇ ਤੇ ਲੁਟਾ ਜਾਂਦਾ। ਯਾਨੀ ਉਹ ਇਸ ਤਰ੍ਹਾਂ ਦਾ ਬੰਦਾ ਸੀ ਕਿ ਆਪਣੇ ਯਾਰਾਂ ਦੋਸਤਾਂ ਤੇ ਸਾਰੀ ਤਨਖਾਹ ਲੁਟਾ ਦਿੰਦਾ ਸੀ। ਉਹ ਦੱਸਦਾ ਕਿ ਉਹ ਫਰੀਦਕੋਟ ਤੋਂ ਆਉਂਦਾ ਤੇ ਉਹਨਾਂ ਤੇ ਸਾਰੀ ਤਨਖਾਹ ਲੁਟਾ ਕੇ ਤੇ ਵਾਪਸ ਚਲਾ ਜਾਂਦਾ। ਨਵਤੇਜ ਭਾਰਤੀ ਮਿਲਿਆ। ਨਵਤੇਜ ਭਾਰਤੀ ਅੱਜ ਕੱਲ੍ਹ ਵਿਦੇਸ਼ ਵਸਦਾ। ਉਸਨੇ ਲੀਲਾ ਨਾਂ ਦੀ ਬਹੁਤ ਖੂਬਸੂਰਤ ਕਿਤਾਬ ਜਿਹੜੀ ਹੈ ਉਹ ਲਿਖੀ ਹੈ, ਕਾਵ ਸੰਗ੍ਰਹਿ ਹੈ। ਨਵਤੇਜ ਭਾਰਤੀ ਦੀ ਚੁੱਪ ਦੇ ਵਿੱਚ ਕੋਈ ਵੱਡੀ ਕਵਿਤਾ ਪੜ੍ਹ ਰਹੀ ਹੁੰਦੀ ਸੀ। ਇਸੇ ਤਰ੍ਹਾਂ ਜੋਗਿੰਦਰ ਹੀਰ ਮਿਲਿਆ। ਟਿੱਕੀ ਰਾਤ ਵਿੱਚ ਉਹਦੀ ਗਾਈ ਹੀਰ ਵਾਘੋ ਪਾਰ ਸੁਣਦੀ। ਤੇ ਹਰਿੰਦਰ ਸਿੰਘ ਮਹਿਬੂਬ ਮਿਲਿਆ, ਜਿਸ ਦਾ ਬੋਲ ਮੈਂ ਜ਼ਿੰਦਗੀ ਵਿੱਚ ਕਿੰਨੀ ਵਾਰ ਦੁਹਰਾਇਆ, ਕੋਈ ਜਾਮਣ ਬਣੇ ਫਕੀਰ ਦਾ ਇਸ ਹਸ਼ਰ ਦੀ ਰੁੱਤੇ, ਸਤ ਸੁਹਾਣ ਸਦਾ ਮਨ ਚਾਓ ਜਿਹਾ। ਨੂਰ ਮਿਲਿਆ, ਜਿਸ ਦੀ ਗੱਲ ਮੈਂ ਪਹਿਲਾਂ ਕੀਤੀ ਹੈ, ਡਾਕਟਰ ਸਤਿੰਦਰ ਸਿੰਘ ਨੂਰ, ਉਹਦਾ ਜ਼ਿਕਰ ਸੁਰਜੀਤ ਪਾਤਰ ਕਰਦਾ ਹੈ। ਜਿਸ ਨੂੰ ਮਿਲਿਆ ਉਹ ਸਾਰੇ ਜਿਹੜੇ ਆ ਚਾਅ ਨਾਲ ਭਰ ਜਾਂਦੇ ਸੀ। ਡਾਕਟਰ ਰਵੀ ਮਿਲਿਆ, ਜੋ ਉਦੋਂ ਡਾਕਟਰ ਜੱਗੀ ਦੀ ਅਗਵਾਈ ਦੇ ਵਿੱਚ ਪੰਜਾਬੀ 'ਚ ਰਾਮ ਕਾਵ ਤੇ PhD ਕਰ ਰਿਹਾ ਸੀ। ਤੇ ਡਾਕਟਰ ਰਵਿੰਦਰ ਰਵੀ ਬਹੁਤ ਉਮਦਾ ਅਧਿਆਪਕ ਸੀ, ਉਹਨੂੰ ਟੈਰਰਿਸਟਾਂ ਨੇ ਮਾਰ ਦਿੱਤਾ ਸੀਗਾ। ਤੇ ਡਾਕਟਰ ਰਤਨ ਸਿੰਘ ਜੱਗੀ ਬਹੁਤ ਵੱਡੇ ਕੋਸ਼ਕਾਰ ਨੇ ਪੰਜਾਬੀ ਦੇ। ਜੇ ਤੁਸੀਂ ਪੰਜਾਬੀ ਦੀ ਕਿਤਾਬ ਸਾਹਿਤ ਕੋਸ਼ ਤੁਸੀਂ ਕਿਤੇ ਸੁਣੀ ਹੋਵੇ, ਪੜ੍ਹੀ ਹੋ, ਬਹੁਤ ਅੱਛਾ ਸ਼ਾਹਕਾਰ ਹੈ ਉਹਨਾਂ ਦਾ, ਡਾਕਟਰ ਰਤਨ ਸਿੰਘ ਜੱਗੀ ਦਾ, ਜਿਹਦੇ ਵਿੱਚ ਸਾਰੇ ਸੰਕਲਪ ਤੁਹਾਨੂੰ ਪੰਜਾਬੀ ਦੇ ਤਕਰੀਬਨ ਸਾਰੇ ਉਹ ਮਿਲ ਜਾਂਦੇ। ਤੇ ਡਾਕਟਰ ਰਵਿੰਦਰ ਰਵੀ ਜਿਹੜਾ ਉਹ PhD ਕਰਦਾ ਸੀ ਡਾਕਟਰ ਰਤਨ ਸਿੰਘ ਜੱਗੀ ਨਾਲ। ਤੇ ਉਹ ਮਤਲਬ ਲੇਖਕ ਸੋਚਦਾ ਕਿ ਮੈਂ ਸੋਚ ਨਹੀਂ ਸਕਦਾ ਸੀ ਕਿ ਡਾਕਟਰ ਰਵੀ ਇੰਨਾ ਰੋਸ਼ਨ ਹੋ ਜਾਵੇਗਾ ਤੇ ਹਨੇਰੇ ਨੂੰ ਉਸਦੀ ਹੱਤਿਆ ਕਰਨੀ ਪਵੇਗੀ। ਜਿਵੇਂ ਮੈਂ ਗੱਲ ਕੀਤੀ ਹੈ ਕਿ ਟੈਰਰਿਸਟਾਂ ਨੇ ਉਹਦੀ ਹੱਤਿਆ ਕਰ ਦਿੱਤੀ ਸੀ। ਦਰਸ਼ਨ ਜੈਕ ਮਿਲਿਆ, ਜੋ ਮੈਲੀ ਜਿਹੀ ਮਿਆਨ 'ਚ ਤਿੱਖੀ ਸ਼ਮਸ਼ੀਰ ਜਿਹਾ ਸੀ। ਪ੍ਰੋਫੈਸਰ ਭੁਪਿੰਦਰ ਮਿਨਹਾਸ ਮਿਲਿਆ, ਜੋ ਸ਼ਾਮਾਂ ਨੂੰ ਸਰਵਣ ਕਰ ਦਿੰਦਾ ਸੀ। ਸ਼ਾਮਾਂ ਨੂੰ ਸਰਵਣ ਕਿਵੇਂ ਕੀਤਾ ਜਾ ਸਕਦਾ ਤੁਸੀਂ ਅੰਦਾਜ਼ਾ ਲਾ ਸਕਦੇ। ਖਿੜਦੇ ਫੁੱਲਾਂ 'ਚ ਹਾਸੇ ਵਾਲਾ ਇੰਦਰਜੀਤ ਬਿੱਟੂ, ਜੋ ਪਟਿਆਲੇ ਮਿਲਿਆ ਸੀ, ਉਹ ਲੁਧਿਆਣੇ ਫਿਰ ਵਾਪਸ ਨਹੀਂ ਮਿਲਿਆ। ਇੱਕ ਪੋਜ਼ੀਅਰ ਮਿਲਿਆ। ਪੋਜ਼ੀਅਰ ਉਹਦਾ ਅਸਲੀ ਨਾਂ ਜਿਹੜਾ ਹੈ, ਜੋ ਮਤਲਬ ਪੋਜ਼ੀਅਰ ਜਿਹੜਾ ਸੀਗਾ ਉਹਦਾ ਅਸਲੀ ਨਾਂ ਜਿਹੜਾ ਸੁਰਜੀਤ ਮਾਨ ਸੀਗਾ, ਪ੍ਰੋਫੈਸਰ ਸੁਰਜੀਤ ਮਾਨ। ਤੇ ਜਿਹੜਾ ਕਾਵਮਈ ਵਾਰਤਕ ਲਿਖਦਾ ਸੀ। ਪੋਜ਼ੀਅਰ ਉਸਦਾ ਨਾਂ ਕਿਵੇਂ ਪਿਆ, ਇਹ ਵੀ ਇੱਕ ਦਿਲਚਸਪ ਕਿੱਸਾ ਹੈ। ਇੱਕ ਸ਼ਾਮ ਹੋਸਟਲ ਦੇ ਵਿੱਚ ਫੈਸਲਾ ਹੋਇਆ ਕਿ ਸਭ ਦੋਸਤਾਂ ਦੇ ਤਖੱਲਸ ਰੱਖੇ ਜਾਣ। ਜਿਵੇਂ ਆਮ ਤੌਰ ਤੇ ਆਪਣੇ ਹੁੰਦਾ ਕਿ ਕਲਾਸ ਫੈਲੋਜ਼ ਦੇ ਆਪਾਂ ਨਾਂ ਰੱਖ ਲੈਂਦੇ ਹਾਂ, ਜਾਂ ਕਈ ਵਾਰੀ ਅਧਿਆਪਕਾਂ ਦੇ ਵੀ ਅਸੀਂ ਨਾਂ ਰੱਖ ਲੈਂਦੇ ਹਾਂ। ਤੇ ਇਵੇਂ ਉਹਨਾਂ ਨੇ ਹੋਸਟਲ ਦੇ ਵਿੱਚ ਫੈਸਲਾ ਕੀਤਾ ਕਿ ਸਭ ਦੇ ਤਖੱਲਸ ਰੱਖੇ ਜਾਣ। ਤਖੱਲਸ ਕੀ ਹੁੰਦਾ ਕਿ ਆਪਣੇ ਨਾਂ ਦੇ ਪਿੱਛੇ ਕੋਈ ਖਾਸ ਜਿਹੜਾ ਹੈ ਉਹ ਉਪਨਾਮ ਲਾ ਲੈਣਾ। ਤੇ ਉਹਨਾਂ ਦੇ ਤਖੱਲਸ ਦਾ ਪਹਿਲਾ ਅੱਖਰ ਉਹਨਾਂ ਦੇ ਸ਼ਹਿਰ ਜਾਂ ਪਿੰਡ ਜਾਂ ਜ਼ਿਲ੍ਹੇ ਦੇ ਨਾਮ ਦਾ ਹੀ ਪਹਿਲਾ ਅੱਖਰ ਹੋਵੇ। ਡਾਕਟਰ ਰਵੀ ਦਾ ਨਾਮ ਰੱਖਿਆ ਗਿਆ ਲੇਕਿਨ ਲੁਧਿਆਣਵੀ,
ठीक है। सीओ लुधियाने का लला लुधियाने के अगे लेकिन लुधियानवी। डॉक्टर रवि का नाम रखा गया लेकिन लुधियानवी। वो हर वाक विच लेकिन जरूर आउंदे। कविता बहुत अच्छी है लेकिन इसका कोई सिद्धांतक आधार नहीं, यानी लेकिन उन्होंने तकिया कलाम से उतों फड़ के उन्होंने उन्होंने नाम रख लिया लेकिन लुधियानवी। ते लेखक कहता है कि सुरजीत पात्र का नाम उन्होंने रखा जस्टिफाइड जलंधरी। जस्टिफाई हरेक गल ते गल नूं जस्टिफाई करने की आदत सी। सुरजीत मान का नाम पोजियर पटियालवी रखा गया। वो सोहना भी बहुत सी ते दूसरे नूं मोड़ लियो पोज भी बहुत करता सी। डॉक्टर नूर उदों ढोला गाउंदा हुंदा सी कंगणा दे नाल। ओह गल कीती है जी यार कंगणा दे नाल, सो नूर का नाम रखा गया कंगन कोटकपूरवी। इन्हीं दिन ही नूर ने मिनी मैगजीन कलयुग कढ़िया ते हर वार उसका आखिरी पन्ना याशमीना पाशा ते नाम हेठ लेखक लिखदा, यानी सुरजीत पात्र लिखदा। उस पन्ने का नाम सी एक नजायज सफा। उस मैगजीन की सारी कंपोजिंग जिहड़ी है नूर अपनी प्रेस ते आप करदा। नूर का एक नाम सपनों का सदागर भी सी। उस कोल हरेक लिए कोई खुशखबरी हुंदी, सुनने वाले दे सुपने वर्गी खुशखबरी। इस तो अगे आपां ये चैप्टर अगले लैक्चर दे विच पढ़ांगे। अज लई इन्ना ही। सो अज गिनती बहुत ही जिहड़ी है वो मैनूं ही भुलेखा लग काफ़ी ने। सो किवें लग्गिया तुहानूं ये चैप्टर? अपना अनम्यूट करके दसो जरा। गुड आफ्टरनून जी, कौन बोल रहे हो? सर तनवीर। तनवीर, वेरी गुड। हाँ, तेनू पसंद आया? हाँ जी सर, वधिया सी चैप्टर। चैप्टर बहुत अच्छा है। ये बड़ी जानकारी है पटियाले दे वड्डे वड्डे लेखकां बारे, वड्डे वड्डे बंदियां बारे, विद्वानां बारे। ठीक है। तुसी साइंस और कमर्स के विद्यार्थी हो, थोनों इन्हां लोकां दा ज़्यादा नहीं पता होना, ते लेकिन मैं कोशिश यही की है कि तुहानूं थोड़ी बहुती जानकारी जिहड़ी है वो प्रोवाइड करा सकां। हाँ जी, होर कोई? गुरजोत सिंह अनम्यूट करो। हेलो सर। हाँ जी गुरजोत, कित्थे सी? ओ सर नेट बहुत स्लो है, मैं इत्थे अमृतसर आया मैं ही। ओके ओके ओके, ड्यू टू नेट प्रॉब्लम तेरा लेट हो गया जवाब। हाँ जी। हाँ चलो ठीक है। अमृतसर किवें आया? नहीं मतलब हाँ जी, वो मैं मासी घरे आया ਸੀ, मुंडा आया ਸੀ मासी ਦਾ ਹੀ। ओके 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 ठीक है। ਤੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀਗੇ। ओके ओके, अच्छा हुण तू दरबार साहब तो ਹਾਂਜੀ। मेरे नाल साडे नाल जुड़िया होया? नहीं मैं फिलहाल ना मेरी मासी ਦਾ ਘਰ ਵੀ ਇੱਥੇ ਹੀ। ओके ओके ठीक है। हाँ जी, ਤੇ ਉਹ ਘੁੰਮਣ ਜਾਵਾਂਗੇ जी। ओके ओके ठीक है। चलो बेटे कोविड का ध्यान रखियो थोड़ा जा, मास्क वगैरह ला के। हाँ जी हाँ जी, कोई नहीं। हाँ ठीक। थैंक यू सर। ओके बेटे, चलो ठीक है, आप मिलते हैं फिर कल। कोशिश करांगे इसे वक्त। ठीक है जी। ओके, गॉड ब्लेस यू, रब रखा। थैंक यू सर। थैंक यू, थैंक यू।